ਤੇ ਦੇਸ਼ ਦੀ ਸੋ ਕਾਲਡ ਵਿਰੋਧੀ ਧਿਰ ਕਾਂਗਰਸ ਪਾਰਟੀ ਜਿਹੜੀ ਉਹ ਕਿਸ ਤਰੀਕੇ ਦੇ ਨਾਲ ਦੇਸ਼ ਦੇ ਵਿੱਚ ਔਰ ਪੰਜਾਬ ਦੇ ਵਿੱਚ ਕਿਸ ਤਰੀਕੇ ਦੇ ਨਾਲ ਉਹ ਡੈਮੋਕ੍ਰੇਸੀ ਨੂੰ ਢਾਹ ਲਾ ਰਹੀ ਹੈ। ਅੱਜ 3 ਦਿਨ ਹੋ ਗਏ ਨੇ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਚੱਲਦਿਆਂ ਔਰ ਇਹ ਜਿਹੜਾ ਸੈਸ਼ਨ ਹੈ ਇਹਦੇ ਵਿੱਚ ਕਈ ਪਹਿਲ ਕਦਮੀਆਂ ਨੇ ਜਿਹੜੀਆਂ ਕਈ ਫਰਸਟ ਨੇ ਜਿਹੜੀਆਂ ਉਹ ਤੁਸੀਂ ਨੋਟਿਸ ਕੀਤੀਆਂ ਹੋਣਗੀਆਂ। ਪਹਿਲੀ ਤਾਂ ਸ਼ਾਇਦ ਇਹ ਨੋਟਿਸ ਕੀਤੀ ਹੋਵੇ ਤੁਸੀਂ ਔਰ ਪੰਜਾਬ ਨੇ ਕਿ ਸ਼ਾਇਦ ਇਹ ਪਹਿਲੀ ਵਾਰੀ ਹੋਇਆ ਕਿ ਸਰਕਾਰ ਕਹਿ ਰਹੀ ਹੈ ਕਿ ਅਸੀਂ ਸੈਸ਼ਨ ਚਲਾਉਣਾ ਹੈ ਤੇ ਗਵਰਨਰ ਸਾਹਿਬ ਔਰ ਆਪੋਜੀਸ਼ਨ ਕਹਿ ਰਹੀ ਹੈ ਕਿ ਅਸੀਂ ਸੈਸ਼ਨ ਨਹੀਂ ਚਲਾਉਣਾ ਹੈਗਾ। ਇਹ ਪਹਿਲੀ ਵਾਰੀ ਹੋਇਆ ਕਿ ਕੈਬਨਿਟ ਦੇ ਫੈਸਲੇ ਤੋਂ ਬਾਅਦ ਸੱਦੀ ਗਈ ਵਿਧਾਨ ਸਭਾ ਦਾ ਸੈਸ਼ਨ ਹੈ ਜਿਹੜਾ ਉਹ ਆਰਬਿਟਰਰੀਲੀ ਯੂਨੀਲੈਟਰਲੀ ਖੁਦ ਆਪ ਗਵਰਨਰ ਸਾਹਿਬ ਨੇ 2 ਜਾਂ 3 ਇੰਡੀਵਿਜੂਅਲਸ ਦੇ ਕਹੇ ਦੇ ਉੱਪਰ ਉਹ ਰੱਦ ਕਰ ਦਿੱਤਾ ਗਿਆ। ਇਹ ਅਨਫੋਰਚੂਨੇਟ ਸੀਗਾ ਔਰ ਇਹ ਸੈਸ਼ਨ ਬੁਲਾਇਆ ਗਿਆ ਸੀਗਾ ਕਿ ਜੋ ਆਪਰੇਸ਼ਨ ਲੋਟਸ ਬੀਜੇਪੀ ਪੂਰੇ ਦੇਸ਼ ਦੇ ਵਿੱਚ ਚਲਾਉਂਦੀ ਆ ਰਹੀ ਹੈ, ਸਾਰੀ ਜਗ੍ਹਾ ਕਾਮਯਾਬ ਹੁੰਦੇ ਆਏ ਨੇ। ਦਿੱਲੀ ਤੇ ਪੰਜਾਬ ਦੇ ਵਿੱਚ ਠੱਲ ਪਾਈ ਆਮ ਆਦਮੀ ਪਾਰਟੀ ਨੇ ਔਰ ਅਰਵਿੰਦ ਕੇਜਰੀਵਾਲ ਭਗਵੰਤ ਮਾਨ ਜੀ ਦੀ ਸਰਕਾਰ ਨੇ। ਤੇ ਉਸ ਤੋਂ ਬਾਅਦ ਜਦੋਂ ਇਸ ਤੋਂ ਇਲਾਵਾ ਪੰਜਾਬ ਦੇ ਬਾਕੀ ਮੁੱਦੇ ਔਰ ਮਸਲੇ ਡਿਸਕਸ ਕਰਨ ਦੇ ਲਈ ਅਸੀਂ ਸੈਸ਼ਨ ਕਨਵੀਨ ਕੀਤਾ ਤੇ ਇਹ ਵੀ ਪਹਿਲੀ ਵਾਰੀ ਹੋਇਆ ਹੋਵੇ ਕਿ ਕਿਸੇ ਵਿਰੋਧੀ ਧਿਰ ਦੇ ਮੈਂਬਰ ਦੇ ਕਹੇ ਦੇ ਉੱਪਰ 1 ਦਿਨ ਦਾ ਸੱਦਿਆ ਗਿਆ ਸੈਸ਼ਨ 4 ਦਿਨ ਦਾ ਕਰ ਦਿੱਤਾ ਗਿਆ ਹੋਵੇ। ਇਹ ਵੀ ਪਹਿਲੀ ਵਾਰੀ ਹੋਇਆ। ਪਰ ਨਾਲ ਹੀ ਇੱਕ ਹੋਰ ਬਹੁਤ ਅਨਫੋਰਚੂਨੇਟ ਔਰ ਮੰਦਭਾਗੀ ਪਹਿਲ ਜਿਹੜੀ ਅੱਜ ਸਮੁੱਚਾ ਪੰਜਾਬ ਦੇਸ਼ ਔਰ ਦੁਨੀਆ ਦੇ ਵਿੱਚ ਵਸਦੇ ਪੰਜਾਬੀ ਦੇਖ ਰਹੇ ਨੇ ਤੁਹਾਡੇ ਲਾਈਵ ਟੈਲੀਕਾਸਟ ਦੇ ਜ਼ਰੀਏ, ਉਹ ਇਹ ਹੈ ਕਿ ਕਿਸ ਤਰੀਕੇ ਦੇ ਨਾਲ ਅੱਜ 4 ਵਿੱਚੋਂ 3 ਦਿਨ ਬੀਤ ਜਾਣ ਦੇ ਬਾਵਜੂਦ ਵੀ ਪੰਜਾਬ ਦੀ ਸੋ ਕਾਲਡ ਕਾਂਗਰਸ ਦੀ ਵਿਰੋਧੀ ਧਿਰ ਲੀਡਰ ਆਫ ਆਪੋਜੀਸ਼ਨ ਪ੍ਰਤਾਪ ਸਿੰਘ ਬਾਜਵਾ ਜੀ ਦੀ ਅਗਵਾਈ ਦੇ ਹੇਠ ਕਿਸ ਤਰੀਕੇ ਦੇ ਨਾਲ ਉਹ ਅੱਜ ਬੀਜੇਪੀ ਦੀ ਬੋਲੀ ਬੋਲ ਰਹੇ ਨੇ, ਕਿਸ ਤਰੀਕੇ ਦੇ ਨਾਲ ਪੰਜਾਬ ਦੇ ਲੋਕਾਂ ਦੇ ਮੁੱਦੇ ਮਸਲਿਆਂ ਨੂੰ ਵਿਸਾਰ ਕੇ ਉਹਨਾਂ ਨੂੰ ਅੱਖੋਂ ਭਰੋਖੇ ਕਰਕੇ ਕਿਸ ਤਰੀਕੇ ਦੇ ਨਾਲ ਅੱਜ ਸਿਰਫ ਔਰ ਸਿਰਫ ਲੋਕਾਂ ਦੇ ਮੁੱਦਿਆਂ ਨੂੰ ਪਿੱਛੇ ਛੱਡ ਕੇ ਰੌਲਾ ਪਾਇਆ ਜਾ ਰਿਹਾ ਤਾਂ ਕਿ ਆਪਦੀਆਂ ਜਿਹੜੀਆਂ ਉਹਨਾਂ ਦੀਆਂ ਨਲਾਇਕੀਆਂ ਔਰ ਉਹਨਾਂ ਦੇ ਫੇਲੀਅਰਸ ਰਹੇ ਨੇ ਪਿਛਲੇ 5 ਸਾਲ ਦੀ ਗਵਰਨੈਂਸ ਦੇ ਉਹਦੇ ਉੱਪਰ ਕਿਵੇਂ ਪਰਦਾ ਪਾਇਆ ਜਾ ਸਕੇ। ਮੈਂ ਤੁਹਾਨੂੰ ਇੱਥੇ ਦੱਸਣਾ ਚਾਹੁੰਦਾ ਕਿ ਅੱਜ 3 ਦਿਨ ਹੋ ਚੁੱਕੇ ਨੇ ਔਰ ਜਦੋਂ ਇਹ ਸੈਸ਼ਨ ਕਨਵੀਨ ਕੀਤਾ ਗਿਆ ਸੀਗਾ ਤੇ ਉਦੋਂ ਸੈਸ਼ਨ ਦੇ ਵਿੱਚ ਬੇਸਿਕਲੀ ਕਿਉਂ ਸੱਦਿਆ ਜਾਂਦਾ ਤਾਂ ਕਿ ਲੋਕਾਂ ਦੇ ਮੁੱਦੇ ਮਸਲੇ ਅਸੀਂ ਹੱਲ ਕਰ ਸਕੀਏ, ਡਿਸਕਸ ਕਰ ਸਕੀਏ। ਔਰ ਮੁੱਦੇ ਮਸਲੇ ਹੱਲ ਕਰਨ ਦਾ ਡਿਸਕਸ ਕਰਨ ਦਾ ਜ਼ਰੀਆ ਕੀ ਹੁੰਦਾ ਹੈ? ਪਹਿਲਾ ਕਿ ਤੁਸੀਂ ਸਵਾਲ ਲਾਓ, ਦੂਜਾ ਪ੍ਰਾਈਵੇਟ ਮੈਂਬਰ ਬਿੱਲ ਲਗਾਓ, ਤੀਸਰਾ ਸਬਸਟੈਂਟਿਵ ਮੋਸ਼ਨ ਲਗਾਓ, ਚੌਥਾ ਜਿਹੜੇ ਪ੍ਰਾਈਵੇਟ ਰੈਜ਼ੋਲੂਸ਼ਨ ਦੇ ਮਤੇ ਨੇ ਉਹ ਲਾਓ। ਤੇ ਤੁਹਾਨੂੰ ਇਹ ਅਸੀਂ ਪਹਿਲਾਂ ਵੀ 3 ਦਿਨ ਹੋ ਗਏ ਸਾਨੂੰ ਵਿਧਾਨ ਸਭਾ ਦੇ ਵਿੱਚ ਦੱਸਦੇ ਪਰ ਅੱਜ ਮੈਂ ਫੇਰ ਦੱਸਣਾ ਚਾਹੁੰਦਾ ਕਿ ਇਹੀ ਕਾਂਗਰਸ ਦੇ 18 ਮੈਂਬਰ ਜਿਹੜੇ ਰੋਜ਼ ਖੜ ਕੇ ਵਿਧਾਨ ਸਭਾ ਦੇ ਵੈਲ ਦੇ ਵਿੱਚ ਸਪੀਕਰ ਸਾਹਿਬ ਦੀ ਕੁਰਸੀ ਦੀਆਂ, ਸੰਵਿਧਾਨ ਦੀਆਂ, ਲੋਕਤੰਤਰ ਦੀਆਂ ਧੱਜੀਆਂ ਉਡਾਉਣ ਦੀ ਕੋਸ਼ਿਸ਼ ਕਰਦੇ ਨੇ। ਇਹਨਾਂ 18 ਮਹਾਰਥੀਆਂ ਨੇ ਇਹ ਚਾਰੇ ਮੋਡ, ਨਾ ਕੋਈ ਸਵਾਲ, ਨਾ ਕੋਈ ਪ੍ਰਾਈਵੇਟ ਮੈਂਬਰ ਬਿੱਲ, ਨਾ ਕੋਈ ਰੈਜ਼ੋਲੂਸ਼ਨ, ਨਾ ਕੋਈ ਸਬਸਟੈਂਟਿਵ ਮੋਸ਼ਨ, ਇਹ 13 ਜੁਲਾਈ ਜਦੋਂ ਸੈਸ਼ਨ ਹੈ ਜਿਹੜਾ ਉਹ ਖਤਮ ਹੋ ਚੁੱਕਿਆ ਸੀਗਾ ਉਸ ਤੋਂ ਬਾਅਦ ਅੱਜ ਤੱਕ ਲਾਇਆ ਨਹੀਂ ਹੈਗਾ। ਆਪਦੀਆਂ ਇੰਨੀਆਂ ਨਾਕਾਮਯਾਬੀਆਂ ਨੂੰ ਛੁਪਾਉਣ ਦੇ ਲਈ ਔਰ ਬੀਜੇਪੀ ਦਾ ਬਚਾਅ ਕਰਨ ਦੇ ਲਈ ਇਹ ਰੋਜ਼ ਖੜ ਕੇ ਉੱਥੇ ਵਿਧਾਨ ਸਭਾ ਦੇ ਵਿੱਚ ਇਹ ਰੌਲਾ ਪਾਉਂਦੇ ਨੇ। ਇਹਨਾਂ ਕੋਲ ਸਵਾਲ ਨਹੀਂ ਹੈਗੇ ਕਿ ਕਿੰਨਾ ਮੁੱਦਿਆਂ ਦੇ ਉੱਪਰ ਇਹ ਭਗਵੰਤ ਮਾਨ ਜੀ ਦੀ ਸਰਕਾਰ ਨੂੰ ਸਵਾਲ ਕਰ ਸਕਣ, ਕਿਉਂਕਿ ਜੇ ਅੱਜ ਪੰਜਾਬ ਦੇ ਜੋ ਜਵਾਨੀ ਦਾ, ਜੋ ਕਿਸਾਨੀ ਦਾ, ਪੰਜਾਬ ਦੇ ਅਰਥਚਾਰੇ ਦਾ, ਪੰਜਾਬ ਦੇ ਵਿੱਚ ਜੋ ਅੱਜ ਲਾਅ ਐਂਡ ਆਰਡਰ ਦੀ ਪ੍ਰੋਬਲਮ ਦੀ ਗੱਲ ਕਰ ਰਹੀ ਹੈ, ਨਸ਼ੇ ਦੀ ਪ੍ਰੋਬਲਮ ਦੀ ਗੱਲ ਕਰ ਰਹੀ ਹੈ, ਇਹਨਾਂ ਨੂੰ ਪਤਾ ਹੈ, ਇਹਨਾਂ ਦੇ ਮਨ ਦੇ ਵਿੱਚ ਚੋਰ ਹੈ ਕਿ ਇਹਨਾਂ ਦੀਆਂ ਹੀ ਪ੍ਰੋਬਲਮਾਂ ਇਹ ਸਾਰੀਆਂ ਸ਼ੁਰੂ ਕੀਤੀਆਂ ਹੋਈਆਂ ਨੇ ਜਿਨ੍ਹਾਂ ਨੂੰ ਇੱਕ ਇੱਕ ਕਰਕੇ ਭਗਵੰਤ ਮਾਨ ਜੀ ਦੀ ਸਰਕਾਰ ਹੈ ਜਿਹੜੀ ਬੜੀ ਯੋਗ ਅਗਵਾਈ ਦੇ ਨਾਲ ਉਹਨਾਂ ਨੂੰ ਹੱਲ ਕਰਨ ਲੱਗੀ ਹੋਈ ਹੈ। ਹੁਣ ਅੱਜ ਦੇ ਇਸ਼ੂ ਦੀ ਗੱਲ ਕਰ ਲਈਏ ਜਿਹੜਾ ਮੈਂ ਗੱਲ ਕਰ ਰਿਹਾ ਸੀਗਾ ਆਪਰੇਸ਼ਨ ਲੋਟਸ ਦੀ। ਅੱਜ ਸਾਰੇ ਮੁਲਕ ਦੇ ਵਿੱਚ ਮੈਨੂੰ ਸਮਝ ਨਹੀਂ ਆਉਂਦੀ ਹੈਗੀ ਕਿ ਇਹ ਬਾਜਵਾ ਸਾਹਿਬ, ਮੈਨੂੰ ਤਾਂ ਇਹ ਲੱਗਦਾ ਕਿ ਸਰਦਾਰ ਪ੍ਰਤਾਪ ਸਿੰਘ ਬਾਜਵਾ ਨਹੀਂ ਰਹੇਗੇ, ਸਰਦਾਰ ਪ੍ਰਤਾਪ ਸਿੰਘ ਭਾਜਪਾ ਹੋ ਗਏ ਨੇ ਕਿ ਜਿਹੜੇ ਬੀਜੇਪੀ ਦੇ ਸਪੋਕਸਪਰਸਨ ਵਜੋਂ ਕੰਮ ਕਰ ਰਹੇ ਨੇ 4 ਸਟੇਟਾਂ ਦੇ ਵਿੱਚ
ਕਰਨਾਟਕਾ, MP, ਮਹਾਰਾਸ਼ਟਰ, ਗੋਆ ਦੇ ਵਿੱਚ ਸਰਕਾਰਾਂ ਗਵਾਉਣ ਤੋਂ ਮਗਰੋਂ, ਆਪਦੇ 9 ਮੁੱਖ ਮੰਤਰੀ ਬੀਜੇਪੀ ਦੇ ਵਿੱਚ ਗਵਾਉਣ ਤੋਂ ਮਗਰੋਂ, ਔਰ ਤਕਰੀਬਨ 250 ਦੇ ਕਰੀਬ MLA ਬੀਜੇਪੀ ਨੂੰ ਗਵਾਉਣ ਤੋਂ ਮਗਰੋਂ ਜਾਂ ਵੇਚਣ ਤੋਂ ਬਾਅਦ ਅੱਜ ਇਹ ਆਪਰੇਸ਼ਨ ਲੋਟਸ ਨੂੰ ਇਹ ਡਿਫੈਂਡ ਕਰ ਰਹੇ ਨੇ ਪੰਜਾਬ ਦੇ ਵਿੱਚ। ਔਰ ਤੁਹਾਨੂੰ ਉਦਾਹਰਣ ਦਊਂਗਾ, ਇਹ ਬਹੁਤ ਹੀ ਪੁਰਾਣੀ ਗੱਲ ਨਹੀਂ ਹੈ, ਇਹ ਅੱਜ ਦੇ ਹੀ ਪੇਪਰਾਂ ਦੇ ਵਿੱਚ ਛਪੀ ਹੈ ਕਿ ਟ੍ਰਿਬਿਊਨ ਦੀ ਖਬਰ ਹੈ। ਔਰ ਹਿਮਾਚਲ ਦੇ ਵਿੱਚ ਜਿਹੜੇ ਕਾਂਗਰਸ ਦੇ MLA ਨੇ, ਕਾਂਗਰਸ accuses BJP of trying to buy its MLAs। ਇਹ ਹਿਮਾਚਲ ਦੇ ਵਿੱਚ ਕਾਂਗਰਸ ਦੇ MLA ਨੇ ਕੁਸੁਮਪਤੀ ਅਨਿਰੁੱਧ ਸਿੰਘ MLA ਨੇ ਕਾਂਗਰਸ ਦੇ, ਉਹ ਕਹਿ ਰਹੇ ਨੇ ਕਿ ਸਾਨੂੰ ਖਰੀਦਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਹਨਾਂ ਦੇ ਇੱਕ ਹੋਰ MLA ਨੇ, ਉਹ ਕਹਿ ਰਹੇ ਨੇ ਵਿਕਰਮਾਦਿੱਤਿਆ, ਉਹ ਕਹਿ ਰਹੇ ਨੇ 500 ਕਰੋੜ ਬਜਟ ਕੈਪਟ ਫॉर ਪਰਚੇਸਿੰਗ MLAs। ਵਿਕਰਮਾਦਿੱਤਿਆ ਇਹ ਹਿਮਾਚਲ ਦੇ ਵਿੱਚ ਗਵਾਂਢੀ ਸਟੇਟ ਦੇ ਵਿੱਚ ਜਿੱਥੇ ਕਾਂਗਰਸ ਕਹਿੰਦੀ ਹੈ ਕਿ ਸਾਡੀ ਬੜੀ ਮਜ਼ਬੂਤ ਪਕੜ ਹੈ, ਉੱਥੇ ਇਹਨਾਂ ਦੇ ਆਪ ਦੇ ਸੀਨੀਅਰ MLA ਨੇ ਜਿਹੜੇ, ਉਹ ਕਹਿ ਰਹੇ ਨੇ ਸਾਨੂੰ ਖਰੀਦਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਤੇ ਜਦੋਂ ਅਸੀਂ ਗੱਲ ਕਹਿੰਦੇ ਆ ਵੀ ਪੰਜਾਬ ਦੇ ਵਿੱਚ ਬੀਜੇਪੀ ਸਾਡੇ MLA ਨੂੰ ਖਰਾਬ ਕਰਨ ਦੀ, ਖਰੀਦਣ ਦੀ ਜਾਂ ਡਰਾਉਣ ਧਮਕਾਉਣ ਦੀ ਕੋਸ਼ਿਸ਼ ਕਰ ਰਹੀ ਹੈ, ਤੇ ਉਦੋਂ ਬਾਜਵਾ ਸਾਹਿਬ ਤੇ ਸਾਰੀ ਉਹਨਾਂ ਦੀ ਕਾਂਗਰਸ ਦੀ ਟੀਮ ਹੈ, ਜਿਹੜੀ B ਟੀਮ ਹੈ ਬੀਜੇਪੀ ਦੀ ਬਣੀ ਹੋਈ ਹੈ, ਉਹ ਸੁਪਾਰੀ ਲੈ ਕੇ ਬੀਜੇਪੀ ਦੇ ਹੱਥੋਂ ਉਹ ਡਿਫੈਂਡ ਕਰਦੇ ਨੇ ਉਹਨਾਂ ਨੂੰ, ਤਾਂ ਕਿ ਆਮ ਆਦਮੀ ਪਾਰਟੀ ਨੂੰ ਢਾਹ ਲਾਈ ਜਾ ਸਕੇ। ਪਰ ਮੈਂ ਇਹਨਾਂ ਨੂੰ ਦੱਸ ਦੇਣਾ ਚਾਹੁੰਦਾ ਕਿ ਚਾਹੇ ਤਾਂ ਗੱਲ ਹੋਵੇ ਦਿੱਲੀ ਦੀ, ਇਹ ਬਾਕੀ ਸਾਰੇ ਮੁਲਕ ਦੇ ਵਿੱਚ ਇਹ ਕਾਮਯਾਬ ਹੋ ਸਕਦੇ ਨੇ ਜਾਂ ਹੋ ਗਏ ਹੋਣਗੇ, ਪਰ ਜਿੱਥੇ ਅਰਵਿੰਦ ਕੇਜਰੀਵਾਲ ਜੀ ਦੀ ਅਗਵਾਈ ਹੈ, ਚਾਹੇ ਉਹ ਦਿੱਲੀ ਦੇ ਵਿੱਚ ਹੈ, ਚਾਹੇ ਉਹ ਪੰਜਾਬ ਦੇ ਵਿੱਚ ਹੈ, ਨਾ ਬੀਜੇਪੀ ਦੀਆਂ ਨਾ ਕਾਂਗਰਸ ਪਾਰਟੀ ਦੀਆਂ ਇਹ ਜਿਹੜੀਆਂ ਕੁਝੀਆਂ ਚਾਲਾਂ ਨੇ, ਇਹ ਚੱਲਣ ਨਹੀਂ ਦਿੱਤੀਆਂ ਜਾਣਗੀਆਂ। ਹੁਣ ਕੱਲ ਦਾ ਇਹਨਾਂ ਨੇ ਇੱਕੋ ਹੀ ਡਰਾਮਾ ਸ਼ੁਰੂ ਕੀਤਾ ਹੋਇਆ ਹੈ ਕਿ ਫੌਜਾ ਸਿੰਘ ਸਰਾਰੀ ਦੇ ਇਸ਼ੂ ਦੇ ਉੱਪਰ। ਕੱਲ ਵੀ ਮੈਂ ਇਹਨਾਂ ਨੂੰ ਹਾਊਸ ਦੇ ਵਿੱਚ ਕਿਹਾ ਸੀਗਾ ਕਿ ਸ਼ਾਇਦ ਤੁਸੀਂ ਅਖਬਾਰ ਪੜ੍ਹ ਕੇ ਨਹੀਂ ਆਉਂਦੇ ਹੈਗੇ, ਕੱਲ ਦੇ ਟ੍ਰਿਬਿਊਨ ਦੀ ਔਰ ਬਾਕੀ ਅਖਬਾਰਾਂ ਦੀ ਖਬਰ ਪੜ੍ਹੋ। ਭਗਵੰਤ ਮਾਨ ਜੀ ਨੇ ਖੁਦ ਆਪ ਕਿਹਾ ਕਿ ਇੱਕ ਇੰਟਰਨਲ ਇਨਕੁਆਇਰੀ ਹੈ ਜਿਹੜੀ ਪਾਰਟੀ ਵੱਲੋਂ ਉਹ ਚੱਲ ਰਹੀ ਹੈ, ਜਦੋਂ ਉਹਦੀਆਂ ਫਾਈਂਡਿੰਗ, ਜਦੋਂ ਦੀ ਰਿਪੋਰਟ ਆ ਜਾਏਗੀ ਉਹਦੇ ਬਾਰੇ ਫੈਸਲਾ ਜਿਹੜਾ ਉਹ ਲੈ ਲਿਆ ਜਾਊਗਾ। ਪਰ ਸਿਰਫ ਔਰ ਸਿਰਫ ਉੱਥੇ ਘੱਗਰੀਆਂ ਪਾ ਕੇ ਡਰਾਮਾ ਕਰ ਰਹੇ ਸੀ ਜਿਸ ਤਰੀਕੇ ਦੇ ਨਾਲ, ਕੇਪਸ ਪਾ ਕੇ, ਮੈਂ ਸਮਝਦਾ ਕਿ ਬਹੁਤ ਅਨਫੋਰਚੂਨੇਟ ਹੈ, ਇਹ ਬਹੁਤ ਮੰਦਭਾਗਾ ਹੈ। ਇਹ ਉਹ ਲੋਕ ਨੇ ਜਿਹੜੇ ਪੰਜਾਬ ਨੂੰ ਲੁੱਟ ਕੇ ਖਾ ਗਏ, ਪੰਜਾਬ ਦੇ ਸਿਰ 1 ਲੱਖ ਕਰੋੜ ਦਾ ਕਰਜ਼ਾ ਚਾੜ ਦਿੱਤਾ। ਅੱਜ ਇਹਨਾਂ ਦੇ ਕਿੰਨੇ ਹੀ ਮੰਤਰੀ, ਭਾਰਤ ਭੂਸ਼ਣ ਆਸ਼ੂ ਤੋਂ ਲੈ ਕੇ ਸਾਧੂ ਸਿੰਘ ਧਰਮਸੋਤ, ਸ਼ਾਮ ਸੁੰਦਰ ਅਰੋੜਾ, ਸੰਗਤ ਸਿੰਘ ਗਿਲਜੀਆਂ, ਔਰ ਜਿਹੜੇ MLA ਇਹਨਾਂ ਦੇ ਪਠਾਨਕੋਟ ਵਾਲੇ ਜਿਹੜੇ ਪਿੱਛੇ ਜਿਹਨਾਂ ਦੇਹਾਂਤ ਹੋਇਆ, ਉਹ ਇਹ ਸਾਰੇ ਦੇ ਸਾਰੇ ਜਦੋਂ ਪੰਜਾਬ ਨੂੰ ਲੁੱਟ ਕੇ ਖਾ ਗਏ, ਤੇ ਭਗਵੰਤ ਮਾਨ ਜੀ ਦੀ ਸਰਕਾਰ ਪੰਜਾਬ ਦੇ ਲੋਕਾਂ ਦੇ ਲੁੱਟੇ ਹੋਏ ਸੋਮਿਆਂ ਦਾ ਹਿਸਾਬ ਕਿਤਾਬ ਇਹਨਾਂ ਨਾਲ ਬਰਾਬਰ ਕਰ ਰਹੀ ਹੈ। ਅੱਜ ਸਾਨੂੰ ਇਹਨਾਂ ਪੰਜਾਬ ਦੇ ਗੱਦਾਰਾਂ ਤੋਂ, ਸਾਨੂੰ ਪੰਜਾਬ ਦੇ ਦੋਖੀਆਂ ਤੋਂ, ਸਾਨੂੰ ਇਹਨਾਂ ਲੋਕਾਂ ਤੋਂ ਜਿਹੜੇ ਪੰਜਾਬ ਦੇ ਸੋਮਿਆਂ ਨੂੰ ਡਾਕਾ ਮਾਰ ਕੇ ਲੁੱਟ ਕੇ ਖਾ ਗਏ, ਸਾਨੂੰ ਉਹਨਾਂ ਤੋਂ ਸਰਟੀਫਿਕੇਟ ਇਮਾਨਦਾਰੀ ਦਾ ਲੈਣ ਦੀ ਲੋੜ ਨਹੀਂ ਹੈਗੀ। ਜੇ ਅੱਜ ਪੂਰੇ ਮੁਲਕ ਦੇ ਵਿੱਚ ਇਮਾਨਦਾਰੀ ਦਾ ਡੰਕਾ ਕਿਸੇ ਦਾ ਵੱਜਦਾ ਹੈ ਤੇ ਉਹ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਜੀ ਦੀਆਂ ਨੀਤੀਆਂ ਦਾ ਵੱਜਦਾ ਹੈ। ਮੈਂ ਫਿਰ ਇਹਨਾਂ ਨੂੰ ਬੇਨਤੀ ਕਰੂੰਗਾ ਕਿ ਅੱਜ ਜਿਸ ਤਰੀਕੇ ਦੇ ਨਾਲ ਬਾਜਵਾ ਸਾਹਿਬ ਦਾ ਮੈਂ ਸੋਚਦਾ ਸੀਗਾ, ਅਸੀਂ ਸਾਰੇ ਸੋਚਦੇ ਸੀ, ਪੰਜਾਬ ਸੋਚਦਾ ਸੀਗਾ ਕਿ ਵਿਰੋਧੀ ਧਿਰ ਦੇ ਨੇਤਾ ਸਰ ਪ੍ਰਤਾਪ ਸਿੰਘ ਬਾਜਵਾ ਬਣਾਏ ਨੇ ਕਾਂਗਰਸ ਪਾਰਟੀ ਨੇ, ਉਹਨਾਂ ਦਾ ਬੜੀ ਜ਼ਿੰਦਗੀ ਦਾ ਤਜਰਬਾ ਹੈ, ਪਾਰਲੀਮੈਂਟ ਦਾ ਵੀ ਔਰ ਰਾਜ ਸਭਾ ਦਾ ਵੀ, ਲੋਕ ਸਭਾ ਦਾ ਵੀ ਔਰ ਪੰਜਾਬ ਵਿਧਾਨ ਸਭਾ ਦਾ ਵੀ, ਕਿ ਸ਼ਾਇਦ ਉਹ ਕੋਈ ਪੰਜਾਬ ਦੇ ਲੋਕਾਂ ਦੇ ਮੁੱਦੇ ਮਸਲਿਆਂ ਦੀ ਗੱਲ ਕਰਨਗੇ, ਸ਼ਾਇਦ ਉਹ ਕੋਈ ਗੱਲ ਹੈ ਜਿਹੜੀ ਫੈਕਟਸ ਦੇ ਤਰਕ ਦੇ ਆਧਾਰ ਦੇ ਉੱਪਰ ਕਰਨਗੇ। ਪਰ ਜਿਹੋ ਜਿਹਾ ਕੰਡਕਟ ਹੈ ਜਿਹੜਾ ਉਹਨਾਂ ਦਾ, ਉਹ ਮੈਂ ਸਮਝਦਾ ਕਿ ਨਿਹਾਇਤੀ ਮਾੜਾ ਹੈ, ਉਹ ਨਿੰਦਣਯੋਗ ਹੈ। ਔਰ ਬਾਹਰ ਸਪੀਕਰ ਦੀ ਚੇਅਰ ਦੇ ਖਿਲਾਫ ਜਿਸ ਤਰੀਕੇ ਦੇ ਸ਼ਬਦਾਵਲੀ ਵਰਤੀ ਹੈ, ਉਹਨਾਂ ਨੇ, ਮੈਂ ਸਮਝਦਾ ਕਿ ਬਿਲਕੁਲ ਅਨਡੈਮੋਕ੍ਰੈਟਿਕ ਹੈ। ਔਰ ਮੈਂ ਇਹਨਾਂ ਨੂੰ ਬੇਨਤੀ ਕਰੂੰਗਾ ਕਿ ਜੇ ਕਾਂਗਰਸ ਪਾਰਟੀ ਦੇ ਲੈਜਿਸਲੇਚਰ ਗਰੁੱਪ ਦੇ ਵਿੱਚ ਅੱਜ ਥੋੜੀ ਜਿਹੀ ਵੀ ਸ਼ਰਮ ਬਚੀ ਹੈ ਤੇ ਇੱਕ ਦਿਨ ਸੈਸ਼ਨ ਦਾ ਹੋਰ ਰਹਿ ਗਿਆ, ਕਿਰਪਾ ਕਰਕੇ ਪੰਜਾਬ ਦੇ ਲੋਕਾਂ ਦੇ ਮੁੱਦੇ ਮਸਲਿਆਂ ਨੂੰ ਡਿਸਕਸ ਕਰਨ ਦੇ ਲਈ ਤਿਆਰੀ ਕਰਕੇ ਆਇਓ। ਬਿਨਾਂ ਤਿਆਰੀ ਤੋਂ ਕਰਕੇ ਸਿਰਫ ਔਰ ਸਿਰਫ ਇਸ ਗੱਲ ਦੀ ਤਿਆਰੀ ਕਰਕੇ ਆਉਨੇ ਹੋ ਕਿ ਜੀ ਅਸੀਂ ਰੌਲੇ ਪਾਉਣੇ ਜਾ ਕੇ ਉੱਥੇ, ਤੇ ਇਹ ਕੰਮ ਨਹੀਂ ਚੱਲਣਾ ਹੈਗਾ। ਅੱਜ ਵੀ ਸਪੀਕਰ ਸਾਹਿਬ ਨੇ ਉਹਨਾਂ ਨੂੰ ਬਹੁਤ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਅੱਜ ਦਾ ਸੈਸ਼ਨ ਹੈ ਜਿਹੜਾ ਉਹ 3:30 ਵਜੇ ਤੱਕ ਦਾ ਹੈਗਾ, ਪਰ 1 ਘੰਟੇ ਦੇ ਵਿੱਚ ਹੀ ਸੈਸ਼ਨ ਹੈ ਜਿਹੜਾ ਉਹ ਖਤਮ ਕਰਨਾ ਪਿਆ, ਖਤਮ ਹੋ ਗਿਆ, ਕਿਉਂਕਿ ਉਹਨਾਂ ਨੇ ਕੋਈ ਵੀ ਕੰਮ ਦੀ ਗੱਲ ਨਹੀਂ ਕੀਤੀ ਹੈਗੀ। ਅੱਜ ਕਿੰਨੇ ਇੰਪੋਰਟੈਂਟ ਬਿੱਲ ਨੇ,
GST ਦੇ ਉੱਪਰ ਬਿੱਲ ਆਇਆ, ਅੱਜ ਇੱਕ ਜਿਹੜਾ ਵਿਜੀਲੈਂਸ ਕਮਿਸ਼ਨ ਦਾ ਬਿੱਲ ਆਇਆ, ਔਰ ਅੱਜ ਜਿਹੜਾ ਐਗਰੀਕਲਚਰ ਦਾ ਉੱਪਰ ਇੰਪੋਰਟੈਂਟ ਬਿੱਲ ਸੀਗਾ, ਸਾਰੇ ਦੇ ਸਾਰਿਆਂ ਦੇ ਉੱਪਰ ਇਹਨਾਂ ਨੇ ਪਾਣੀ ਫੇਰਤਾ ਸਿਰਫ ਔਰ ਸਿਰਫ ਬੀਜੇਪੀ ਦਾ ਬਚਾਓ ਕਰਨ ਦੇ ਵਿੱਚ। ਇਹ ਬਹੁਤ ਅਨਫੋਰਚੂਨੇਟ ਹੈ, ਬਹੁਤ ਨਿੰਦਣਯੋਗ ਹੈ। ਇਹੋ ਜਿਹਾ ਵਰਤਾਰਾ ਇਹਨਾਂ ਦਾ ਪੰਜਾਬ ਅੱਜ ਦੇਖ ਰਿਹਾ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਨੂੰ ਮੂੰਹ ਤੋੜਵਾ ਜਵਾਬ ਹੈ ਜਿਹੜਾ ਉਹ ਸਰਕਾਰ ਵੱਲੋਂ ਵੀ ਤੇ ਲੋਕਾਂ ਵੱਲੋਂ ਵੀ ਦਿੱਤਾ ਜਾਏਗਾ। ਅਰੋੜਾ ਜੀ, ਇੱਕ ਗੱਲ ਦੱਸੋ ਜੀ, ਜਿਹੜਾ ਅੱਜ ਜਿਵੇਂ ਪਿਛਲੀ ਵਾਰੀ ਸਸਪੈਂਡ ਕੀਤੇ ਸੀਗੇ, ਕੀ ਸਸਪੈਂਡ ਕਰਕੇ 3:30 ਵਜੇ ਤੱਕ ਸੈਸ਼ਨ ਚਲਾਇਆ ਜਾ ਸਕਦਾ ਸੀ ਕਿ ਨਹੀਂ ਜੀ? ਨਹੀਂ, ਦੇਖੋ ਇਸ ਤਰ੍ਹਾਂ ਹੈ ਕਿ ਜਦੋਂ ਅੱਜ ਜਿੰਨਾ ਸਰਕਾਰ ਦਾ ਆਪਣਾ ਬਿਜ਼ਨਸ, ਲੈਜਿਸਲੇਟਿਵ ਬਿਜ਼ਨਸ ਲੱਗਿਆ ਹੋਇਆ ਸੀਗਾ, ਉਹ ਪੂਰਾ ਹੋ ਚੁੱਕਿਆ ਸੀਗਾ। ਬਾਕੀ ਟਾਈਮ ਤਾਂ ਤੁਸੀਂ ਇਹ ਸਮਝਣ ਦੀ ਕੋਸ਼ਿਸ਼ ਕਰੋ ਨਾ ਕਿ 3.5 ਘੰਟੇ ਉਹ ਤਾਂ ਪ੍ਰਾਈਵੇਟ ਮੈਂਬਰਾਂ ਦੇ ਸੀਗੇ, ਜਿੰਨੇ ਮਰਜ਼ੀ ਇਸ਼ੂ ਡਿਸਕਸ ਕਰ ਲੈਂਦੇ, ਪਰ ਕਰਦੇ ਤਾਂ ਪ੍ਰੋਪਰਲੀ ਨਾ। ਸਪੀਕਰ ਸਾਹਿਬ ਵੀ ਕਹਿ ਗਏ ਕਿ ਥੱਕ ਗਏ। ਜਦੋਂ ਸਾਡਾ ਬਿਜ਼ਨਸ ਪੂਰਾ ਹੋ ਗਿਆ ਤੇ ਉਸ ਤੋਂ ਬਾਅਦ ਕੋਈ ਜਦੋਂ ਉਹ ਗੱਲ ਹੀ ਨਹੀਂ ਕਰਨਾ ਚਾਹੁੰਦੇ ਕਿ ਉਹਨਾਂ ਨੇ ਸਿਰਫ ਨਾਅਰੇਬਾਜ਼ੀ ਕਰਨੀ ਹੈ ਔਰ ਦੈਟ ਟੂ ਅਗੇਂਸਟ ਦਾ ਚੇਅਰ, ਸਪੀਕਰ ਦੇ ਅਗੇਂਸਟ ਕਰਨੀ ਹੈ, ਤੇ ਫਿਰ ਕਿੰਨੀ ਦੇਰ ਤੁਸੀਂ ਨੌਨਸੈਂਸ ਬਰਦਾਸ਼ਤ ਕਰੋਗੇ? ਸੋ ਵਾਈਂਡ ਅਪ ਸਰਾਰੀ ਵਾਲਾ ਮੁੱਦਾ ਚੱਲ ਰਿਹਾ ਹੈਗਾ ਸਰ, ਜਿਹੜਾ ਸਰਾਰੀ ਵਾਲਾ ਮੁੱਦਾ ਚੱਲ ਰਿਹਾ ਹੈਗਾ ਉਸ ਤੇ ਦੱਸ ਦਿਓ ਜੀ, ਕਿਉਂਕਿ ਉਸੇ ਤੇ ਹੰਗਾਮਾ ਹੋਇਆ। ਦੇਖੋ ਮੈਂ ਤੁਹਾਨੂੰ ਇੰਟਰਨਲ ਇਨਕੁਆਇਰੀ ਦੀ ਜਗ੍ਹਾ ਤੇ ਸਰਕਾਰ ਨਹੀਂ ਇਹਦੇ ਤੇ ਪਾਰਟੀ ਦੀ ਇਨਕੁਆਇਰੀ। ਦੇਖੋ ਇਸ ਤਰ੍ਹਾਂ ਗੱਲ ਇਹ ਹੈ ਕਿ ਕੱਲ ਸੀਐਮ ਸਾਹਿਬ ਕਲੀਅਰ ਕਰ ਚੁੱਕੇ, ਅਸੀਂ ਉਹ ਗੱਲ ਰਿਪੀਟ ਵਿਧਾਨ ਸਭਾ ਦੇ ਵਿੱਚ ਕਰ ਚੁੱਕੇ। ਇਸ ਤੋਂ ਪਹਿਲਾਂ ਵੀ ਮੈਂ ਉਹੀ ਗੱਲ ਕਰਕੇ ਹਟਿਆ ਕਿ ਇੱਕ ਆਡੀਓ ਕਲਿੱਪ ਜੇ ਸਾਹਮਣੇ ਆਇਆ ਹੈ ਤੇ ਪਾਰਟੀ ਦੀ ਇੰਟਰਨਲ ਮੈਕੈਨਿਜ਼ਮ ਹੈਗਾ ਜਿਹਦੇ ਤਹਿਤ ਉਹਦੀ ਇਨਕੁਆਇਰੀ ਜਿਹੜੀ ਉਹ ਚੱਲ ਰਹੀ ਹੈ ਤੇ ਸੀਐਮ ਸਾਹਿਬ ਖੁਦ ਆਪ ਮੋਨੀਟਰ ਕਰ ਰਹੇ ਨੇ। ਹੁਣ ਜਦੋਂ ਔਰ ਜਿਸ ਸਮੇਂ ਉਹਦੀਆਂ ਫਾਈਂਡਿੰਗਸ ਨੇ ਜਿਹੜੀਆਂ ਉਹਦੇ ਤੱਥ ਸਾਹਮਣੇ ਆ ਗਏ ਤੇ ਉਹਦੇ ਅਕੋਰਡਿੰਗਲੀ ਕਾਰਵਾਈ ਕਰ ਲਈ ਜਾਊਗੀ। ਸਾਨੂੰ ਇਹਨਾਂ ਤੋਂ ਜਿਹੜੇ ਘੱਟੋ ਘੱਟ ਸਾਰੇ ਪੰਜਾਬ ਨੂੰ ਲੁੱਟ ਕੇ ਖਾ ਗਏ, ਸਾਨੂੰ ਇਹਨਾਂ ਤੋਂ ਇਮਾਨਦਾਰੀ ਦਾ ਸਰਟੀਫਿਕੇਟ ਲੈਣ ਦੀ ਲੋੜ ਨਹੀਂ ਹੈ। ਰਾਘਵ ਚੱਡਾ ਦੀ ਗ੍ਰਿਫਤਾਰੀ ਦਾ ਖਦਸ਼ਾ ਜਤਾਇਆਗਾ ਅਰਵਿੰਦ ਕੇਜਰੀਵਾਲ ਨੇ, ਪੰਜਾਬ ਤੋਂ ਰਾਜ ਸਭਾ ਮੈਂਬਰ ਵੀ ਨੇ ਔਰ ਦੂਜੇ ਪਾਸੇ ਸਹਿ ਪ੍ਰਭਾਰੀ ਨੇ ਗੁਜਰਾਤ ਤੋਂ। ਦੇਖੋ ਇਸ ਤਰ੍ਹਾਂ ਹੈ ਕਿ ਇਹ ਚੀਜ਼ ਦਾ ਜੱਗ ਜ਼ਾਹਿਰ ਹੋ ਚੁੱਕੀ ਹੈ ਕਿ ਅਰਵਿੰਦ ਕੇਜਰੀਵਾਲ ਜੀ ਦੀ ਪੂਰੀ ਦੇਸ਼ ਦੇ ਵਿੱਚ ਵੱਧਦੀ ਲੋਕਪ੍ਰਿਯਤਾ ਨੂੰ ਦੇਖ ਕੇ, ਜਿਸ ਤਰੀਕੇ ਦੇ ਨਾਲ ਪਹਿਲਾਂ ਦਿੱਲੀ ਤੇ ਫਿਰ ਪੰਜਾਬ ਦੇ ਵਿੱਚ ਇੱਕ ਲੈਂਡਮਾਰਕ ਵਿਕਟਰੀ ਹੈ ਜਿਹੜੀ ਉਹ ਆਮ ਆਦਮੀ ਪਾਰਟੀ ਦੀ ਔਰ ਅਰਵਿੰਦ ਜੀ ਦੀ ਗੁੱਡ ਗਵਰਨੈਂਸ ਦੀ ਹੋਈ ਹੈ, ਔਰ ਉਸ ਤੋਂ ਬਾਅਦ ਅੱਜ ਗੁਜਰਾਤ ਔਰ ਹਿਮਾਚਲ ਦੇ ਵਿੱਚ ਆਮ ਆਦਮੀ ਪਾਰਟੀ ਅਰਵਿੰਦ ਜੀ ਦੀ ਰਹਿਨੁਮਾਈ ਦੇ ਵਿੱਚ ਜਿੱਤ ਵੱਲ ਵਧ ਰਹੀ ਹੈ। ਉਸ ਤੋਂ ਕੇਂਦਰ ਸਰਕਾਰ ਜਿਹੜੀ ਬੁਰੀ ਤਰ੍ਹਾਂ ਘਬਰਾ ਚੁੱਕੀ ਹੈ। ਇਹੀ ਕੰਮ ਇਹਨਾਂ ਨੇ ਜਦੋਂ ਹਿਮਾਚਲ ਦੇ ਵਿੱਚ ਸਤਿੰਦਰ ਜੈਨ ਜੀ ਦੀ ਡਿਊਟੀ ਲੱਗੀ ਸੀਗੀ ਤੇ ਉੱਥੇ ਜਿਹੜਾ ਗ੍ਰਾਫ ਹਰ ਰੋਜ਼ ਪਾਰਟੀ ਦਾ ਵਧ ਰਿਹਾ ਸੀਗਾ, ਉਹਨਾਂ ਦੇ ਉੱਪਰ ਝੂਠੇ ਕੇਸ ਪਾ ਕੇ ਉਹਨਾਂ ਨੂੰ ਅੰਦਰ ਬੰਦ ਕਰ ਦਿੱਤਾ ਗਿਆ। ਉਸ ਤੋਂ ਬਾਅਦ ਮਨੀਸ਼ ਜੀ ਨੂੰ ਦੇ ਉੱਪਰ ਗਲਤ ਕੇਸ ਨੇ ਜਿਹੜੇ ਉਹ ਪਾਏ ਗਏ ਨੇ। ਉਸ ਤੋਂ ਬਾਅਦ ਪਾਰਟੀ ਦੇ ਜਿਹੜੇ ਕਮਿਊਨੀਕੇਸ਼ਨ ਸੈੱਲ ਦੇਖਦੇ ਨੇ ਗੁਜਰਾਤ ਦੇ ਵਿਜੇ ਨਈਅਰ, ਉਹਨਾਂ ਨੂੰ ਕਿਉਂਕਿ ਗੁਜਰਾਤ ਦਾ ਮੀਡੀਆ ਦੇਖ ਰਹੇ ਸੀਗੇ, ਉਹਨਾਂ ਦੇ ਉੱਪਰ ਕੇਸ ਪਾ ਕੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਤੇ ਹੁਣ ਰਾਘਵ ਚੱਡਾ ਜੀ ਹੋਣ, ਭਗਵੰਤ ਮਾਨ ਜੀ ਹੋਣ ਤੇ ਸਾਡੇ ਵਰਗੇ ਚਾਹੇ ਭਗਵੰਤ ਮਾਨ ਜੀ ਔਰ ਅਰਵਿੰਦ ਕੇਜਰੀਵਾਲ ਜੀ ਦੇ ਸਿਪਾਹੀ ਹੋਣ, ਸਾਨੂੰ ਇਸ ਚੀਜ਼ ਦਾ ਪੂਰਾ ਇਲਮ ਹੈ। ਅਸੀਂ ਪੂਰੇ ਤਿਆਰ ਹਾਂ ਕਿ ਜਦੋਂ ਅਸੀਂ ਦੇਸ਼ ਦੇ ਵਿੱਚ ਆਮ ਆਦਮੀ ਪਾਰਟੀ ਦੀ ਔਰ ਅਰਵਿੰਦ ਕੇਜਰੀਵਾਲ ਜੀ ਦੀ ਗੱਲ ਕਰਾਂਗੇ, ਦੇਸ਼ ਨੂੰ ਕਰਪਸ਼ਨ ਰਹਿਤ ਕਰਨ ਦੀ ਗੱਲ ਕਰਾਂਗੇ ਤੇ ਦੇਸ਼ ਨੂੰ ਦੁਨੀਆ ਦਾ ਸੂਬਾ ਨੰਬਰ 1 ਬਣਾਉਣ ਦੀ ਗੱਲ ਕਰਾਂਗੇ, ਤੇ ਉਦੋਂ ਬੀਜੇਪੀ ਵਾਲੇ ਕੇਂਦਰ ਸਰਕਾਰ ਵਾਲੇ ਹੱਥਕੰਡੇ ਨੇ ਜਿਹੜੇ ਉਹ ਅਪਣਾਉਣਗੇ। ਸੋ ਜਦੋਂ ਅਰਵਿੰਦ ਜੀ ਨੇ ਰਾਘਵ ਚੱਡਾ ਜੀ ਨੂੰ ਰਾਜਸਥਾਨ ਦੀ ਜ਼ਿੰਮੇਵਾਰੀ ਸੌਂਪੀ ਹੈ ਤੇ ਰਾਘਵ ਚੱਡਾ ਜੀ ਵੀ ਇਸ ਗੱਲ ਦੇ ਲਈ ਅਰਵਿੰਦ ਜੀ ਦਾ ਸਿਪਾਹੀ ਹੋਣ ਦੇ ਨਾਤੇ 100% ਤਿਆਰ ਨੇ ਕਿ ਜਿੰਨੇ ਮਰਜ਼ੀ ਕੇਸਿਸ ਪੈ ਜਾਣ, ਪਰ ਪੂਰੇ ਮੁਲਕ ਨੂੰ ਔਰ ਖਾਸ ਤੌਰ ਤੇ ਸਭ ਤੋਂ ਪਹਿਲਾਂ ਗੁਜਰਾਤ ਔਰ ਹਿਮਾਚਲ ਨੂੰ ਬੀਜੇਪੀ ਦੀਆਂ ਇਹਨਾਂ ਲੋਕ ਮਾਰੂ ਔਰ ਫਿਰਕਾ ਪ੍ਰਸਤ ਨੀਤੀਆਂ ਤੋਂ ਮੁਕਤ ਕਰਾਉਣਾ, ਇੱਕ ਗੁੱਡ ਗਵਰਨੈਂਸ ਦੇਣ ਦੀ ਜ਼ਿੰਮੇਵਾਰੀ ਪ੍ਰਮਾਤਮਾ ਨੇ ਅਰਵਿੰਦ ਕੇਜਰੀਵਾਲ ਤੇ ਉਹਨਾਂ ਸਿਪਾਹੀਆਂ ਦੇ ਜ਼ਿੰਮੇ ਲਾਈ ਹੈ ਤੇ ਉਹਦੇ ਲਈ ਜੋ ਵੀ ਕਨਸੀਕੁਐਂਸਿਸ ਸਾਨੂੰ ਭੁਗਤਣੇ ਪੈਣਗੇ ਅਸੀਂ ਭੁਗਤਾਂਗੇ। ਅਮਨ ਜੀ, ਖਾਲਿਸਤਾਨ ਵਾਲਾ ਮੁੱਦਾ ਫਿਰ ਐਕਟਿਵ ਹੈ। ਅੰਮ੍ਰਿਤਪਾਲ ਜਿਸ ਤਰੀਕੇ ਨਾਲ ਬਿਆਨ ਦੇ ਰਿਹਾ, ਸਰਕਾਰ ਕੋਈ ਕਾਰਵਾਈ ਕਰੇਗੀ? ਦੇਖੋ ਇਸ ਤਰ੍ਹਾਂ ਹੈ ਕਿ ਇਹੋ ਜਿਹੜੇ ਗੱਲ ਤੁਸੀਂ ਲੋਕਾਂ ਦੀ ਗੱਲ ਕਰਦੇ ਹੋ, ਇਹਨਾਂ ਇਸ਼ੂਜ਼ ਨੂੰ ਜਿਹੜੇ ਕਿ ਅੱਜ ਦੀ ਡੇਟ ਦੇ ਵਿੱਚ ਨੌਨ ਇਸ਼ੂ ਨੇ, ਇਹਨਾਂ ਨੂੰ ਸਵਾਲ ਕਰਕੇ ਭਾਈ ਸਾਹਿਬ ਆਪਾਂ ਆਪ ਧੂਲ ਦੇ ਦਿੰਦੇ ਆ। ਉਹ ਸਮਾਂ ਜਿਹੜਾ ਪੰਜਾਬ ਨੇ ਕਾਲਾ ਦੌਰ ਹਟਾ ਲਿਆ ਤੇ ਉਸ ਸਮੇਂ ਪੰਜਾਬ ਦੇ ਵਿੱਚ ਇੱਕ ਮੁੱਠ ਹੋ ਕੇ ਸਾਰੇ ਧਰਮਾਂ, ਮਜ਼ਹਬਾਂ, ਫਿਰਕਿਆਂ ਦੇ ਲੋਕਾਂ ਨੇ ਅੱਤਵਾਦ ਨੂੰ ਮੂੰਹ ਤੋੜ ਜਵਾਬ ਹੈ ਜਿਹੜਾ ਦੇਤਾ ਸੀਗਾ। ਇੰਨੀ ਬਲਦੀ ਅੱਗ ਦੇ ਬਾਅਦ ਵੀ ਪੰਜਾਬ ਨਿਕਲ ਕੇ ਆਇਆ ਤੇ ਅੱਜ ਵੀ ਕਿਸੇ ਧਰਮ ਫਿਰਕੇ ਦੇ ਵਿੱਚ ਜਿੰਨਾ ਵੀ ਫਰਕ ਨਹੀਂ ਹੈਗਾ ਕਿ ਉਹ ਖਿਚੜੀ ਦੀ ਤਰ੍ਹਾਂ ਪੰਜਾਬ ਅੱਜ ਘੁੱਗ ਵੱਸਦਾ ਹੈ। ਤੇ ਜਦੋਂ ਇਹੋ ਜਿਹੇ ਲੋਕ ਆ ਕੇ ਪੰਜਾਬ ਦੇ ਵਿੱਚ ਅੱਗ ਲਾਉਣ ਦੀ ਕੋਸ਼ਿਸ਼ ਕਰਨਗੇ ਤੇ ਸਰਕਾਰ ਤੋਂ ਪਹਿਲਾਂ ਲੋਕ ਹੀ ਮੂੰਹ ਤੋੜਵਾ ਜਵਾਬ ਹੈ ਜਿਹੜਾ ਦੇ ਦੇਣਗੇ। ਪਰ ਹਾਂ, ਕਿਉਂਕਿ ਲੋਕਾਂ ਨੇ ਸਾਡੀ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਜ਼ਿੰਮੇਵਾਰੀ ਲਈ ਹੈ, ਪੰਜਾਬ ਦੇ ਵਿੱਚ ਕੋਈ ਵੀ
ਭਾਈਚਾਰਕ ਸਾਂਝ ਨੂੰ, ਕੋਈ ਵੀ ਲਾਅ ਐਂਡ ਆਰਡਰ ਨੂੰ ਦੇ ਨਾਲ ਕੋਈ ਖਿਲਵਾੜ ਕਰਨ ਦੀ ਕੋਸ਼ਿਸ਼ ਕਰੇਗਾ ਤਾਂ ਐਜ਼ ਪਰ ਲਾਅ ਸਰਕਾਰ ਉਹਦੇ ਉੱਪਰ सख्त तो सख्त कार्रवाई जी वो करेगी। सर एक इसी से जुड़ा सवाल है कि फ्रीडम ऑफ स्पीच के नाम पे विदेश में तो खालिस्तान का मूवमेंट चल ही रहा था, लेकिन अब पंजाब में भी सड़कों पे जिस तरह से हो रहा है, जिस तरह से अमृतपाल सिंह ने पूरा एक कार्यक्रम किया और खुलेआम वो नारे लगा रहा था, खालिस्तान की बात कर रहा था, खुद को भिंडरा वाले की तरह उसने प्रेजेंट भी किया, तो आपको लगता नहीं कि वो सीधा चैलेंज कर रहे हैं सरकार को? पुलिस वहाँ पे पूरी तरह से स्पेक्टेटर बनी रही, मूक दर्शक बन के खड़ी रही। होशियारपुर में भी दल खालसा ने कन्वेंशन किया, वहाँ पे भी खालिस्तान जिंदाबाद के नारे लगे। पुलिस तो कुछ नहीं, आप कह रहे लॉ एंड ऑर्डर की बात कर रहे हैं, लेकिन पुलिस ने तो कुछ किया नहीं, पुलिस तो स्पेक्टेटर थी। नहीं, स्पेक्टेटर कैसे थी जी पुलिस? आप ये कल की कार्रवाई है, अगर ऐसा कुछ भी होगा मैं आपको बड़ा स्पष्ट बोल देता हूँ, ऐसा कोई फ्रेगमेंटेड अगर कोई व्यक्ति ऐसा कुछ करता है तो दैट्स अ सेपरेट इशू, लेकिन जहां पे लॉ एंड ऑर्डर की बात है, जहां पे पंजाब में शांति की बात है, जो कि हजारों लोगों की शहादतों के बाद पंजाब ने कमाई है, पंजाब ने हासिल की है, उसके साथ किसी को भी खिलवाड़ करने की कोशिश नहीं की जाएगी। इसके बारे में जो भी कोई कार्रवाई बनती होगी, भगवंत मान जी खुद उसको मॉनिटर कर रहे हैं और पंजाब पुलिस उसके अकॉर्डिंगली एक्शन लेगी। अमन जी, फ्रीडम ऑफ स्पीच के नाते कोई कुछ भी बोलेगा, उसको क्या सरकार बर्दाश्त करेगी? क्या ਜਿਹੜੇ ਬਿਆਨ ਆਏ ਨੇ ਅੰਮ੍ਰਿਤਪਾਲ ਦੇ ਉਸ ਦੇ ਖਿਲਾਫ ਕੋਈ ਸੰਗਿਆਨ ਲਿੱਤਾ ਕਿ ਉਸ ਦੇ देखो इस तरह है कि फ्रीडम ऑफ स्पीच है ਜਿਹੜੀ ਉਹ ਸੰਵਿਧਾਨ ਨੇ ਦਿੱਤੀ ਹੈ, ਪਰ ਸੰਵਿਧਾਨ ਨੇ ਇਹ ਵੀ ਕਿਹਾ ਹੈ ਵੀ ਜੇ ਕਿਤੇ ਕੋਈ ਦੇਸ਼ ਵਿਰੋਧੀ ਕਾਰਵਾਈ ਕਰਨ ਦੀ ਗੱਲ ਕਰੂਗਾ, ਜੇ ਕਿਤੇ ਦੇਸ਼ ਨੂੰ ਤੋੜਨ ਦੀ ਗੱਲ ਕਰੂਗਾ, ਜੇ ਕਿਤੇ ਕਿਸੇ ਫਿਰਕਿਆਂ ਮਜ਼ਹਬਾਂ ਦੇ ਵਿੱਚ ਨਫ਼ਰਤ ਫੈਲਾਉਣ ਦੀ ਗੱਲ ਕਰੂਗਾ, ਕਿਤੇ ਕੋਈ ਦੰਗੇ ਫੈਲਾਉਣ ਦੀ ਗੱਲ ਕਰੂਗਾ, ਕੋਈ ਕਿਸੇ ਦੀਆਂ ਭਾਵਨਾਵਾਂ ਭੜਕਾ ਕੇ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰੂਗਾ ਤੇ ਉਹਨੂੰ ਉਹਦੇ ਅਕੋਰਡਿੰਗਲੀ ਪੂਰੀ ਸਖਤੀ ਦੇ ਨਾਲ ਤੇ ਕਾਨੂੰਨ ਦੇ ਮੁਤਾਬਕ ਉਹ ਨਜਿੱਠਿਆ ਜਾਊਗਾ। ਸੋ ਜਿਹੜੀ ਤੁਸੀਂ ਇਹ ਗੱਲ ਕਰ ਰਹੇ ਹੋ, ਇਹ ਭਗਵੰਤ ਮਾਨ ਜੀ ਪੂਰੀ ਸਰਕਾਰ ਔਰ ਹੋਮ ਡਿਪਾਰਟਮੈਂਟ ਹੈ ਜਿਹੜਾ ਉਹ ਮੋਨੀਟਰ ਕਰ ਰਹੀ ਹੈ। ਮੇਰੀ ਤੁਹਾਨੂੰ ਮੀਡੀਆ ਨੂੰ ਹੱਥ ਬੰਨ੍ਹ ਕੇ ਬੇਨਤੀ ਇੱਕੋ ਹੀ ਹੈ ਕਿ ਤੁਸੀਂ ਇਹ ਜਿਹੇ ਜਿਹੜੇ ਫ੍ਰੈਗਮੈਂਟਡ ਐਲੀਮੈਂਟ ਨੇ, ਜਿਹੜੇ ਕਿ ਪਤਾ ਨਹੀਂ ਸ਼ਾਇਦ ਕਿਸੇ ਫੋਰਨ ਦੇ ਵਿੱਚ ਬੈਠੇ ਐਂਟੀ ਨੈਸ਼ਨਲ ਲੋਕਾਂ ਦੇ ਇਸ਼ਾਰਿਆਂ ਦੇ ਉੱਪਰ ਕੰਮ ਕਰਦੇ ਨੇ, ਜਾਂ ਸ਼ਾਇਦ ਇੱਥੋਂ ਦੇ ਨੁਮਾਇੰਦੇ ਸਿਮਰਨਜੀਤ ਸਿੰਘ ਮਾਨ ਵਰਗੇ ਜਿਹੜੇ ਕਿ ਅੱਜ ਦੇਸ਼ ਦੀ ਲੋਕ ਸਭਾ ਦੇ ਵਿੱਚ ਪਹੁੰਚ ਕੇ ਵੀ ਦੇਸ਼ ਦੇ ਸੰਵਿਧਾਨ ਨੂੰ ਤਾਰ-ਤਾਰ ਕਰਨ ਦੀ ਕੋਸ਼ਿਸ਼ ਕਰ ਰਹੇ ਨੇ, ਭਗਤ ਸਿੰਘ ਜੀਆਂ ਨੂੰ ਉਹ ਅੱਤਵਾਦੀ ਦੱਸਦੇ ਨੇ ਤੇ ਪੰਜਾਬ ਨੂੰ ਉਹ ਦੇ ਵਿੱਚ ਅੱਗ ਲਾਉਣੀ ਚਾਹੁੰਦੇ ਨੇ। ਇਹੋ ਜਿਹੇ ਵਿਅਕਤੀਆਂ ਨੂੰ ਮੇਰੀ ਮੀਡੀਆ ਨੂੰ ਹੱਥ ਬੰਨ੍ਹ ਕੇ ਬੇਨਤੀ ਗਰੇਜ਼ ਕਰੋ, ਕਿਉਂਕਿ ਅੱਜ ਆਪਾਂ ਪੌਣੇ 3 ਕਰੋੜ ਲੋਕਾਂ ਦੀ ਗੱਲ ਨਹੀਂ ਕਰ ਰਹੇ। ਤੁਸੀਂ ਭਾਈ ਸਾਹਿਬ ਮੈਂ ਕਹਿੰਦਾ ਚਾਹੇ ਇਕੱਠ ਹੋਇਆ ਜੀ, ਇਕੱਠ ਦੈਟ ਡਸ ਨਾਟ ਮੀਨ ਕਿ ਉਹ ਲਾਅ ਐਂਡ ਆਰਡਰ ਤੋਂ ਉੱਪਰ ਹੋ ਗਏ, ਉਹ ਕਾਨੂੰਨ ਲਾਅ ਆਫ ਲੈਂਡ ਤੋਂ ਉੱਪਰ ਹੋ ਗਏ ਨਾ। ਗੱਲ ਬੜੀ ਕਲੀਅਰ ਹੈ, ਗੱਲ ਬੜੀ ਸਪਸ਼ਟ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ, ਸਾਡੀ ਲੀਡਰਸ਼ਿਪ ਦੇਸ਼ ਨੂੰ ਦੁਨੀਆ ਦਾ ਨੰਬਰ 1 ਸੂਬਾ ਬਣਾਉਣ ਦੇ ਵਿੱਚ, ਨੰਬਰ 1 ਦੇਸ਼ ਬਣਾਉਣ ਲੱਗੀ ਹੋਈ ਹੈ। ਪੰਜਾਬ ਦੇ ਵਿੱਚ ਭਗਵੰਤ ਮਾਨ ਜੀ ਸਰਕਾਰ ਦਾ ਇੱਕੋ ਹੀ ਟੀਚਾ ਕਿ ਦੇਸ਼ ਦੇ ਵਿੱਚ ਕਿਵੇਂ ਸੂਬਾ ਨੰਬਰ 1 ਬਣਾਉਣਾ ਪੰਜਾਬ ਨੂੰ। ਉਹਦੇ ਲਈ ਸਭ ਤੋਂ ਪਹਿਲੀ ਪ੍ਰੀ ਕੰਡੀਸ਼ਨ ਜਿਹੜੀ ਹੈਗੀ ਉਹ ਲਾਅ ਐਂਡ ਆਰਡਰ ਦੀ ਹੈ, ਇੱਥੋਂ ਦੀ ਖੁਸ਼ਹਾਲੀ ਦੀ ਹੈ ਤੇ ਉਹਦੇ ਲਈ ਸਾਡੀ ਸਰਕਾਰ ਵਚਨਬੱਧ ਹੈ ਕਿ 1% ਇਹੋ ਜੀ ਅਗੇਂਸਟ ਲਾਅ ਜਿਹੜਾ ਕੋਈ ਵਿਅਕਤੀ ਜਾਏਗਾ ਉਹਦੇ ਨਾਲ ਉਹਦੇ ਅਕੋਰਡਿੰਗਲੀ ਐਸ ਪਰ ਲਾਅ ਆਫ ਲੈਂਡ ਪ੍ਰੀਵੇਲ ਕਰਦੇ ਤੇ ਕਿਸੇ ਇੱਕ ਬੰਦੇ ਦੀਆਂ ਵਿਮਸ ਐਂਡ ਫੈਂਸੀਜ਼ ਨੇ ਜਿਹੜੀਆਂ ਕਿ ਜੋ ਮਰਜ਼ੀ ਕੋਈ ਉੱਠ ਕੇ ਬੋਲਦੇ ਤੇ ਜੋ ਮਰਜ਼ੀ ਕਾਰਵਾਈਆਂ ਚਲਾ ਲੇ, ਇਹ ਨਾ ਕਦੇ ਬਰਦਾਸ਼ਤ ਸੀ ਤੇ ਨਾ ਕਦੇ ਬਰਦਾਸ਼ਤ ਅਮਨ ਜੀ, ਹੋਊਗਾ। ਮੀਡੀਆ ਦਾ ਸਵਾਲ ਇਹੀ ਹੈ ਕਿ ਕੋਈ ਖਾਲਿਸਤਾਨ ਜਿੰਦਾਬਾਦ ਲਿਖਦੇ, ਕੋਈ ਝੰਡਾ ਲਾਦੇ, ਝਟਪਟ ਕਾਰਵਾਈ ਹੁੰਦੀ ਹੈ, 10-10 ਬੰਦਿਆਂ ਖਿਲਾਫ FIR ਦਰਜ ਹੁੰਦੀ, ਗ੍ਰਿਫਤਾਰੀ ਹੁੰਦੀ ਹੈ। ਅੰਮ੍ਰਿਤਪਾਲ ਐਡਾ ਵੱਡਾ ਕੱਟ ਕਰਦਾ ਹੈ, ਸਿਮਰਜੀਤ ਮਾਨ ਖਾਲਿਸਤਾਨ ਜਿੰਦਾਬਾਦ ਲਿਖ ਕੇ ਕਾਨਫਰੰਸ ਕਰਦਾ, ਉਸ ਕਾਨਫਰੰਸ ਦਾ ਨਾਮ ਖਾਲਿਸਤਾਨੀ ਕਾਨਫਰੰਸ ਰੱਖਦਾ, ਉਹਦੇ ਬਾਵਜੂਦ ਅਜਿਹੇ ਲੋਕਾਂ ਦੇ ਉੱਤੇ ਕਾਰਵਾਈ ਨਹੀਂ ਹੁੰਦੀ। ਤੇ ਕਾਰਨ ਕੀ ਹੈ? ਤੁਹਾਨੂੰ ਇਹ ਕਿ ਨਹੀਂ ਕਿਤੇ ਕਾਰਵਾਈ ਨਹੀਂ ਹੋ ਸਕਦਾ? ਗਵਰਨਮੈਂਟ ਲੈਵਲ ਦੇ ਉੱਪਰ CM ਸਾਹਿਬ ਔਰ ਹੋਮ ਡਿਪਾਰਟਮੈਂਟ ਦੇ ਵਿੱਚ ਕੋਈ ਕਾਰਵਾਈ ਦਾ ਪ੍ਰੋਸੈਸ ਹੈ ਜਿਹੜਾ ਚੱਲ ਹੀ ਰਿਹਾ ਹੋਵੇ। ਪਾਰਟੀ ਦੇ ਮੇਲੇ ਲੱਗੇ ਨੇ ਕਿਉਂਕਿ ਮਹੀਨੇ ਤੋਂ ਜ਼ਿਆਦਾ ਦਾ ਸਮਾਂ ਹੋ ਚੁੱਕਿਆ, ਹਾਲੇ ਤੱਕ ਕੋਈ ਕਾਰਵਾਈ ਨਜ਼ਰ ਨਹੀਂ ਆਈ ਖਾਲਿਸਤਾਨ ਦੀ। ਕਾਨਫਰੰਸ ਉਹਨਾਂ ਨੇ ਕੀਤੀ ਸਿਮਰਜੀਤ ਮਾਨ, ਇਸ ਕਰਕੇ ਸ਼ੰਕਾ ਹੋ ਰਿਹਾ। ਦੇਖੋ ਇਸ ਤਰ੍ਹਾਂ ਹੈ ਕਿ ਤੁਹਾਡੀ ਸ਼ੰਕਾ ਜਿਹੜੀ ਉਹ 100% ਬੇਬੁਨਿਆਦ ਆ। ਜਿਹੜੀ ਗੱਲ ਮੈਂ ਐਜ਼ ਪਾਰਟ ਆਫ ਗਵਰਨਮੈਂਟ ਕਹਿ ਰਿਹਾ ਕਿ ਭਗਵੰਤ ਮਾਨ ਜੀ ਇਹਨਾਂ ਚੀਜ਼ਾਂ ਨੂੰ ਖੁਦਾ ਮੋਨੀਟਰ ਕਰ ਰਹੇ ਨੇ ਤੇ ਕੋਈ ਵੀ ਵਿਅਕਤੀ ਜਿਹੜੀ ਕਿ ਸ਼ਹੀਦ ਆਜ਼ਮ ਭਗਤ ਸਿੰਘ ਹੋਣਾ ਨੇ ਆਜ਼ਾਦੀ ਲੈ ਕੇ ਦਿੱਤੀ ਹੈ ਦੇਸ਼ ਨੂੰ, ਤੇ ਉਸ ਪੰਜਾਬ ਦੇ ਵਿੱਚ ਕੋਈ ਅੱਗ ਲਾਉਣ ਦੀ ਕੋਸ਼ਿਸ਼ ਕਰੂਗਾ ਜਿਹੜਾ 35,000 ਦੇ ਕਰੀਬ ਲੋਕਾਂ ਦੀਆਂ ਸ਼ਹਾਦਤਾਂ ਤੋਂ ਮਗਰੋਂ ਮਿਲੀ ਹੈ, ਉਹਦੇ ਨਾਲ ਕਿਸੇ ਤਰੀਕੇ ਦੀ ਕੋਈ ਲਿਹਾਜ਼ ਨਹੀਂ ਹੋਊਗੀ, ਪਰ ਹੋਊਗੀ ਐਜ਼ ਪਰ ਲਾਅ, ਐਜ਼ पर लॉ ऑफ लैंड। एक सवाल ये है सर, एक सवाल ये है कि आप जो बात कह रहे हैं सारी बात,
लेकिन खालिस्तान के नारे तो लग ही रहे हैं और आप कह रहे हैं कि इसको बेवजह का मुद्दा मीडिया बना रहा है, लेकिन जो कुछ हो रहा है आपको लगता नहीं कि उसी ट्रैक पर पंजाब को ले जाने का प्रयास है? तो अभी तक कोई कार्रवाई क्यों नहीं की गई, कोई एफआईआर नहीं हुई, जबकि खुलेआम वीडियो वहां पर है, देश को तोड़ने की बात की जा रही है। तो आप इसमें मैं आपको ये समझाने की कोशिश कर रहा हूँ जी, मैं आपको ये समझाने की कोशिश कर रहा हूँ कि 100% इसके ऊपर कार्रवाई होगी। लेकिन गेरी जो हो रही है, क्या ये दूजे लोगों उस पासे ले जाने का रास्ता नहीं दिखा रही है, पर सरकार वालों कोई कार्रवाई हो नहीं रही? तो देखो ये ਤੁਹਾਡੀ ਆਪਣੀ ਆਬਜ਼ਰਵੇਸ਼ਨ ਹੈ ਜੀ ਕਿ ਤੇਰੀ ਹੋ ਰਹੀ ਹੈ। ਹਰੇਕ ਚੀਜ਼ ਦਾ ਇੱਕ ਪ੍ਰੋਸੈਸ ਹੁੰਦਾ ਹੈ। ਹੋਮ ਡਿਪਾਰਟਮੈਂਟ ਇਹਨੂੰ ਐਗਜ਼ਾਮਿਨ ਕਰ ਰਿਹਾ ਤੇ ਐਜ਼ ਪਰ ਲਾਅ ਇਹਨੂੰ ਡੀਲ ਕੀਤਾ ਜਾਊਗਾ। ਰੈਸਟ ਅਸ਼ੋਰਡ ਮੇਰੀ ਤੁਹਾਨੂੰ ਬੇਨਤੀ ਇਹ ਹੈ ਵੀ ਉਦੋਂ ਤੱਕ ਐਟਲੀਸਟ ਤੁਸੀਂ ਵੀ ਮੀਡੀਆ ਵੀ ਕਿਰਪਾ ਕਰਕੇ ਇਹਨੂੰ ਜ਼ਿਆਦਾ ਤੂਲ ना पंजाब कह रहे हैं कि 6 महीने में ये खालिस्तान मूवमेंट की जो बातें हैं ये बहुत निकल कर आ रही है। ऐसा लगता है कि खालिस्तान के मुद्दे को रिवाइव करने का प्रयास हो रहा है सरकार की शय। देखो ऐसा है कि इसमें तो कोई दो राय है ही नहीं कि कुछ लोग या कुछ हो सकता है। मेरे पास कोई इसके कोई फैक्ट्स नहीं है, लेकिन जिस तरीके का आज देश में पोलराइजेशन करने की बात ऊपर से चल रही है, उस तरीके का माइंडसेट जो है वो देश के भी हुक्मरानों का बना हुआ है। लेकिन मैं आपको स्पष्ट कर देना चाहता हूं कि ये ऑन द बेसिस ऑफ धर्म, मजहब या खालिस्तान के नाम के ऊपर किसी ਨੂੰ ਵੀ ਪੰਜਾਬ ਦੀ ਸ਼ਾਂਤੀ ਨਾਲ ਖਿਲਵਾੜ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਊਗੀ। ਪੰਜਾਬ ਵਿਜੀਲੈਂਸ ਕਮਿਸ਼ਨ ਨੂੰ ਅੱਜ ਰੱਦ ਕਰ ਦਿੱਤਾ ਗਿਆ ਜੀ। ਇਸ ਤੋਂ ਪਹਿਲਾਂ ਕੈਪਟਨ ਅਮਰਿੰਦਰ ਨੇ 2006 ਚ ਬਣਾਇਆ ਸੀ, ਉਸ ਸਮੇਂ ਅਕਾਲੀਆਂ ਨੇ ਵੀ ਰੱਦ ਕਰਤਾ ਸੀ। ਕੈਪਟਨ ਨੇ ਦੁਬਾਰਾ 2020 ਚ ਬਣਾਇਆ ਤਾਂ ਇਸ ਸਾਲ ਤੁਸੀਂ ਰੱਦ ਕਰ ਦਿੱਤਾ ਹੈ। ਦੇਖੋ ਇਸ ਤਰ੍ਹਾਂ ਹੈ ਕਿ ਕਮਿਸ਼ਨ ਬਣਾਉਣ ਨਾਲ, ਸਿਟਸ ਬਣਾਉਣ ਨਾਲ ਜਿਹੜੀ ਕਰਪਸ਼ਨਾਂ ਨੇ ਉਹ ਖਤਮ ਨਹੀਂ ਹੁੰਦੀਆਂ ਹੈਗੀਆਂ। ਕਰਪਸ਼ਨਾਂ ਖਤਮ ਹੁੰਦੀਆਂ ਨੇ ਇਮਾਨਦਾਰੀ ਦੀ ਰਾਜਨੀਤੀ ਦਾ ਜੇ ਤਹਈਆ ਕੀਤਾ ਹੋਵੇ, ਜੇ ਤੁਸੀਂ ਬੋਲਡ ਹੋ, ਜੇ ਤੁਸੀਂ ਆਪ ਕਲੀਅਰ ਹੋ, ਜੇ ਤੁਹਾਡੀ ਮਨਸ਼ਾ ਹੈ, ਜੇ ਤੁਹਾਡੀ ਨੀਅਤ ਹੈ ਤੇ ਨੀਤੀ ਹੈ। ਕਮਿਸ਼ਨ ਬਣਾਤਾ ਉਹਨਾਂ ਨੇ, ਵਿਜੀਲੈਂਸ ਕਮਿਸ਼ਨ, ਤੇ ਆਪਦੀ ਉਹਨਾਂ ਦੀ ਕੈਬਨਿਟ ਦੇ ਜਿੰਨੇ ਵਜ਼ੀਰ ਸੀਗੇ ਉਹ ਸਾਰੇ ਪੰਜਾਬ ਨੂੰ ਲੁੱਟ ਕੇ ਖਾ ਕੇ ਸਮੇਤ ਉਹਨਾਂ ਦੇ। ਮੇਰੇ ਕਹਿਣ ਦਾ ਮਤਲਬ ਹੈ ਕਿ ਕਮਿਸ਼ਨ ਦੀ ਲੋੜ ਨਹੀਂ ਹੈਗੀ ਇੱਥੇ ਮਿਸ਼ਨ ਦੀ ਲੋੜ ਹੈ। ਤੇ ਮਿਸ਼ਨ ਹੈ ਜਿਹੜਾ ਇਹ ਵੀੜਾ ਜਿਹੜਾ ਉਹ ਮਾਨ ਸਾਹਿਬ ਨੇ ਖੁਦ ਆਪ ਚੱਕਿਆ ਹੋਇਆ। ਕਿੰਨੇ ਲੀਡਰ, ਕਿੰਨੇ ਅਫਸਰ ਨੇ ਜਿਹੜੇ ਉਹ ਅੱਜ ਵਿਜੀਲੈਂਸ ਨੇ ਇਫੈਕਟਿਵਲੀ ਉਹਨਾਂ ਨੂੰ ਫੜ ਚੁੱਕੇ ਨੇ। ਸੋ ਇਸ ਕਰਕੇ ਜਦੋਂ ਡਿਪਾਰਟਮੈਂਟ ਖੁਦ ਆਪ ਕੰਮ ਇੰਨੀ ਮੁਸਤੈਦੀ ਨਾਲ ਕਰ ਰਿਹਾ ਹੋਵੇ ਉਸ ਤੋਂ ਬਾਅਦ ਕਮਿਸ਼ਨਰ ਸਰ ਇੱਕ ਸਵਾਲ ਦਾ ਜਵਾਬ ਦੇ ਦਿਓ, ਜਿਹੜਾ ਸੈਸ਼ਨ ਚੱਲਿਆ ਉਹਦੇ ਵਿੱਚ ਸਰਕਾਰ ਦੀ ਕੋਈ ਪ੍ਰਾਪਤੀ ਹੈ? ਤੁਸੀਂ ਫੇਲੀਅਰ ਦੱਸੋ ਕੀ ਹੈ? ਅਸੀਂ ਨਹੀਂ ਦੱਸੋ, ਤੁਸੀਂ ਮੈਨੂੰ ਇੱਕ ਗੱਲ ਦੱਸੋ ਕਿ ਅੱਜ ਅਸੀਂ ਪੰਜਾਬ ਦੇ ਮੁੱਦਿਆਂ ਦੇ ਲਈ ਡਿਸਕਸ ਕਰਨ ਦੇ ਲਈ ਅਸੀਂ ਸੈਸ਼ਨ ਬੁਲਾਇਆ ਸੀਗਾ, ਔਰ ਸਭ ਤੋਂ ਵੱਡੀ ਗੱਲ ਬੀਜੇਪੀ ਨੂੰ ਐਕਸਪੋਜ਼ ਕਰਨ ਦੇ ਲਈ ਬੁਲਾਇਆ ਸੀਗਾ। ਸਭ ਤੋਂ ਵੱਡੀ ਪ੍ਰਾਪਤੀ ਹੀ ਇਹੀ ਹੈ ਕਿ ਬੀਜੇਪੀ ਦੇ ਨਾਲ ਕਾਂਗਰਸ ਵੀ ਐਕਸਪੋਜ਼ ਹੋ ਗਈ। ਅੱਜ ਕਿਸੇ ਦਾ ਨਾਂ ਨਹੀਂ ਆਇਆ ਜੀ, ਕੋਈ ਐਫਆਈਆਰ ਨਹੀਂ, ਕੁਝ ਉਹਦਾ ਕਿਤੇ ਆਈ। ਤੁਸੀਂ ਇਹ ਤਾਂ ਦੇਖ ਲਿਆ ਨਾ ਕਿ ਕਾਂਗਰਸ ਦੇ 18 ਐਮਐਲਏ ਨੇ ਜਿਹੜੇ ਉਹ ਕਿਵੇਂ ਬੀਜੇਪੀ ਦੇ ਹੱਥ ਠੋਕ ਕੇ ਬਣ ਕੇ ਬੀਜੇਪੀ ਨੂੰ ਬਚਾਉਣ ਲੱਗੇ ਹੋਏ ਨੇ। ਇਹ ਤਾਂ ਪੰਜਾਬ ਦੇ ਲੋਕਾਂ ਨੂੰ ਕਲੀਅਰ ਹੋ ਗਿਆ। ਸੋ ਇਸ ਕਰਕੇ ਮੇਰੇ ਕਹਿਣ ਦਾ ਮਤਲਬ ਹੈ, ਔਰ ਬੜੇ ਇੰਪੋਰਟੈਂਟ ਇਸ਼ੂਜ਼ ਨੇ ਅੱਜ ਹੀ ਜਿਹੜੇ ਅਸੀਂ ਬਿੱਲ ਲੈ ਕੇ ਆਏ ਆ, ਅੱਜ ਹੀ 2 ਕਾਲ ਸੀਗੇ ਉਹਦੇ ਉੱਪਰ ਡਿਸਕਸ਼ਨ ਹੋਈ ਹੈ। ਸੋ ਇਸ ਕਰਕੇ ਅਸੀਂ ਹਰੇਕ ਮੁੱਦਾ, ਹਰੇਕ ਇਸ਼ੂ ਹੈ ਜਿਹੜਾ ਉਹ ਡਿਸਕਸ ਕਰਨਾ ਚਾਹੁੰਦੇ ਆ, ਅਸੀਂ ਡੈਲੀਬਰੇਟ ਕਰਨਾ ਚਾਹੁੰਦੇ ਆ। ਪਰ ਜਿੰਨੀ ਜ਼ਿੰਮੇਵਾਰੀ ਸਰਕਾਰ ਦੀ ਹੁੰਦੀ ਹੈ ਉਨੀ ਸਰਕਾਰ ਵਿਰੋਧੀ ਧਿਰ ਜਿਹੜੀ ਉਹਦੀ ਵੀ ਜ਼ਿੰਮੇਵਾਰੀ ਹੁੰਦੀ ਹੈ। ਪਰ ਅਨਫੋਰਚੂਨੇਟਲੀ ਉਹ ਬੀਜੇਪੀ ਦੇ ਹੱਥ ਠੋਕ ਕੇ ਬਣ ਕੇ ਕੰਮ ਕਰ ਰਹੇ ਨੇ, ਜਿਹਦੀ ਵਜ੍ਹਾ ਕਰਕੇ ਅੱਜ ਔਰ ਪਿਛਲੇ 2 ਦਿਨਾਂ ਦੇ ਵਿੱਚ ਵੀ ਸਮੇਂ ਦੀ ਔਰ ਪੈਸੇ ਦੀ ਬਰਬਾਦੀ ਜਿਹੜੀ ਪੰਜਾਬ ਦੇ ਲੋਕਾਂ ਨੂੰ ਝੱਲਣੀ ਪਈ ਸਿਰਫ ਔਰ ਸਿਰਫ कांग्रेस वाले करके। सर मंडे को काउंटिंग है विश्वास मत पे जो सीएम साहब ने पेश किया है, उस पर क्या कहेंगे? बीजेपी को और उनकी बी टीम प्रताप सिंह भाजपा जी की टीम को मुंह तोड़वा जवाब जो है वो सोमवार को दिया जाएगा।